ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ। ਲੁਧਿਆਣਾ 'ਚ ਸੀਐਮ ਮਾਨ ਦਾ ਗਰੀਬਾਂ ਨੂੰ ਤੋਹਫਾ। ਪੀਐਮ ਸ਼ਹਿਰੀ ਆਵਾਸ ਯੋਜਨਾ ਤਹਿਤ 101 ਕਰੋੜ ਦੀ ਰਾਸ਼ੀ ਜਾਰੀ। ਅਕਾਲੀ ਦਲ ਬੀਜੇਪੀ ਗੱਠਜੋੜ ਤੇ ਰਾਜਾ ਵੜਿੰਗ ਦਾ ਵੱਡਾ ਬਿਆਨ। ਕਿਹਾ ਬੀਜੇਪੀ 5 ਅਕਾਲੀ ਦਲ 6 ਤੇ ਬਸਪਾ 1 ਸੀਟ ਤੇ ਲੜੇਗੀ ਚੋਣ। ਮੂਸੇਵਾਲਾ ਕਤਲकांड ਨੂੰ ਲੈ ਕੇ ਸਚਿਨ ਬਿਸ਼ਨੋਈ ਦਾ ਵੱਡਾ ਖੁਲਾਸਾ। ਦੁਬਈ 'ਚ ਰਚੀ ਗਈ ਸੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼। ਮੋਗਾ ਲੁਧਿਆਣਾ ਮੁੱਖ ਮਾਰਗ ਤੇ ਭਿਆਨਕ ਹਾਦਸਾ। 2 ਸਕੂਲੀ ਬੱਸਾਂ ਦੀ ਟਰੱਕ ਨਾਲ ਹੋਈ ਟੱਕਰ, ਬੱਚੇ ਹੋਏ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਖੇ 25000 ਗਰੀਬ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਤਹਿਤ ਹਰੇਕ ਪਰਿਵਾਰ ਨੂੰ ਘਰ ਬਣਾਉਣ ਲਈ 1,75,000 ਰੁਪਏ ਦੇ ਚੈੱਕ ਦਿੱਤੇ ਗਏ ਨੇ। ਇਹ ਰਾਸ਼ੀ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਹੋ ਜਾਵੇਗੀ। ਇਸ ਨਾਲ ਲੋਕ ਆਪਣੇ ਘਰ ਬਣਾ ਸਕਣਗੇ ਤੇ ਘਰਾਂ ਦੀ ਮੁਰੰਮਤ ਵੀ ਕਰ ਸਕਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 2 ਦਿਨਾਂ ਤੋਂ ਲੁਧਿਆਣਾ ਵਿੱਚ ਨੇ। ਅੱਜ ਉਹਨਾਂ ਨੇ ਮਹਾਨਗਰ ਦੇ ਵਿੱਚ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਸੂਬੇ ਦੇ 25000 ਲਾਭਪਾਤਰੀਆਂ ਨੂੰ ਭੁਗਤਾਨ ਚੈੱਕ ਵੰਡੀ ਹੈ। ਇਸ ਸੰਬੰਧੀ ਰਾਜ ਪੱਧਰੀ ਸਮਾਗਮ ਡਾਕਟਰ ਮਨਮੋਹਨ ਸਿੰਘ ਸਟੇਡੀਅਮ PAU ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਵੀ ਮੌਜੂਦ ਰਹੇ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਮਾਗਮ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਸਰਕਾਰਾਂ ਦੀ ਡਿਊਟੀ ਬਣਦੀ ਹੈ ਕਿ ਰੋਟੀ, ਕੱਪੜਾ ਅਤੇ ਮਕਾਨ ਹਰ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ। 101 ਕਰੋੜ ਰੁਪਏ ਦੀ ਰਾਸ਼ੀ, ਜਿਹਦੇ ਚ 1,75,000 ਯਾਨੀ ਕਿ ਪੌਣੇ 2 ਲੱਖ ਰੁਪਇਆ ਇੱਕ ਪਰਿਵਾਰ ਨੂੰ, ਜੋ ਅੱਜ ਅਸੀਂ ਇੱਥੋਂ ਦੇ ਰਹੇ ਹਾਂ। ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ, ਮੇਰਾ ਇਹ ਫਰਜ਼ ਹੈ। ਫਰਜ਼ ਪਹਿਲਾਂ ਸਮਝਣਾ ਚਾਹੀਦਾ, ਡਿਊਟੀ। ਸੋ ਸਾਡੀ ਡਿਊਟੀ ਹੈ ਇਹ, ਸਰਕਾਰਾਂ ਦੀ ਡਿਊਟੀ ਹੁੰਦੀ ਹੈ ਇਹ, ਕਿ ਉਹ ਆਪਣੇ ਨਾਗਰਿਕਾਂ ਨੂੰ ਰੋਟੀ, ਕੱਪੜਾ ਔਰ ਮਕਾਨ, ਜਿਹੜੀਆਂ 3 ਚੀਜ਼ਾਂ ਫੰਡਾਮੈਂਟਲ, ਜਿਹੜੇ ਰਾਈਟਸ ਕਹਿ ਲਓ ਜਾਂ ਫੰਡਾਮੈਂਟਲ ਜਿਹੜੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ। ਅਸਲ 'ਚ ਇਹ ਪੈਸਾ ਆਪਣੇ ਟੈਕਸ ਦਾ ਹੀ ਹੈ, ਇਹ ਪੈਸਾ ਤੁਹਾਡਾ ਹੀ ਹੈ। ਸਰਕਾਰਾਂ ਪੈਸਾ ਟੈਕਸ ਰਾਹੀਂ ਇਕੱਠਾ ਕਰਦੀਆਂ ਨੇ ਤੇ ਕਿਸੇ ਨਾ ਕਿਸੇ ਸਕੀਮ ਰਾਹੀਂ ਸਰਕਾਰਾਂ ਵਾਪਸ ਦਿੰਦੀਆਂ ਨੇ, ਔਰ ਦੇਣਾ ਚਾਹੀਦਾ। ਪਬਲਿਕ ਤਾਂ 24 ਘੰਟੇ ਟੈਕਸ ਦੇਈ ਜਾਂਦੀ ਹੈ, ਫਿਰ ਖਜ਼ਾਨੇ ਖਾਲੀ ਕਿਵੇਂ ਹੋ ਜਾਂਦੇ ਨੇ? ਪਬਲਿਕ ਵੱਲੋਂ ਤਾਂ ਕਦੇ ਟੈਕਸ ਦੇਣ 'ਚ ਕੋਈ ਕੁਤਾਹੀ ਵਰਤੀ ਨਹੀਂ ਗਈ। ਪਬਲਿਕ ਤਾਂ ਟੈਕਸ ਦੇ ਰਹੀ ਹੈ, 24 ਘੰਟੇ ਸੁੱਤੇ ਪਏ ਵੀ ਟੈਕਸ ਦੇ ਰਹੇ ਲੋਕ ਤਾਂ, ਪਰ ਖਜ਼ਾਨੇ ਖਾਲੀ ਕਿਵੇਂ ਹੋ ਜਾਂਦੇ ਨੇ? ਨੀਅਤ ਤਾਂ ਸਾਫ਼ ਨਹੀਂ ਹੈਗੀ। ਅਸਲ 'ਚ ਖਜ਼ਾਨਿਆਂ 'ਚ ਬਹੁਤ ਪੈਸਾ ਹੈ, ਨੀਅਤ ਸਾਫ਼ ਹੋਵੇ। ਸੋ ਅਸੀਂ ਹੁਣ ਕਿਵੇਂ ਕਰੀ ਜਾਂਦੇ ਹਾਂ ਕੰਮ? ਉਹੀ ਖਜ਼ਾਨਾ ਹੈ, ਉਹੀ ਪੰਜਾਬ ਹੈ, ਉਹੀ ਅਫਸਰ ਨੇ। ਨਾ ਹੀ ਕਿ ਅਸੀਂ ਪੰਜਾਬ ਸਰਕਾਰ ਨੇ ਕੋਈ ਨੋਟਾਂ ਲਈ ਮਸ਼ੀਨ ਬਣਾ ਲਈ ਵੀ ਨੋਟ ਛਾਪਣ ਲੱਗ ਗਏ ਆਪਦੇ, ਉਹੀ ਪੈਸੇ ਨੇ। ਬਸ ਇਹ ਹੈ, ਲੀਕੇਜ ਬੰਦ ਕਰਤੀ। ਜਿਹੜੇ ਇੱਧਰ ਉੱਧਰ ਜਾਂਦੇ ਸੀ, ਕਿਸੇ ਦੇ ਘਰੇ ਜਾਂਦੇ ਸੀ, ਕਿਸੇ ਦੇ ਰਿਸ਼ਤੇਦਾਰ ਦੇ ਘਰੇ ਜਾਂਦੇ ਸੀ, ਉਹ ਬੰਦ ਕਰਕੇ ਸਿੱਧੇ ਖਜ਼ਾਨੇ ਵੱਲ ਨੂੰ ਮੂੰਹ ਕਰਤਾ। ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਨੂੰ ਕਰਤਾ। ਸੋ ਇਹ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਜੀ। ਅੱਜ ਦੇ ਜ਼ਮਾਨੇ 'ਚ ਜਦੋਂ ਸਕੇ ਭਾਈ ਤੇ ਵਿਸ਼ਵਾਸ ਨਹੀਂ, ਜਦੋਂ ਆਪਾਂ ਖਬਰਾਂ ਪੜ੍ਹਦੇ ਹਾਂ ਪੁੱਤ ਵੱਲੋਂ ਪਿਓ ਦਾ ਕਤਲ, ਸਾਲੇ ਜੀਜੇ ਦਾ ਆਪਸ 'ਚ ਲੜਾਈਆਂ, ਵਿਸ਼ਵਾਸ ਹੈ ਨਹੀਂ, ਪਦਾਰਥਵਾਦੀ ਹੋ ਗਏ। ਸੋ ਇਹ ਵਿਸ਼ਵਾਸ ਕਾਇਮ ਰੱਖਣਾ ਬਹੁਤ ਵੱਡੀ ਗੱਲ ਹੈ, ਔਰ ਕਾਇਮ ਪਰਮਾਤਮਾ ਜੇ ਸਮਤ ਬਖਸ਼ੇ ਤਾਂ ਹੈ। ਮੈਨੂੰ ਤੁਹਾਡਾ ਪਿਆਰ ਚਾਹੀਦਾ ਹੈ, ਤੁਹਾਡਾ ਸਹਿਯੋਗ ਚਾਹੀਦਾ ਹੈ। ਸਰਕਾਰਾਂ ਨੇ ਕਈ ਵਾਰੀ ਕੰਮਾਂ 'ਚ ਕਾਨੂੰਨੀ ਅੜਚਣਾਂ ਆ ਜਾਂਦੀਆਂ ਨੇ, ਕਈ ਕੰਮ ਕਰਨ ਨੂੰ ਟਾਈਮ ਲੱਗ ਜਾਂਦਾ, ਪਰ ਮੈਂ ਇੰਨਾ ਕਹਿਣਾ, ਮੈਂ ਜਾਣ ਕੇ ਟਾਈਮ ਨਹੀਂ ਲਾਉਂਦਾ ਕਿ ਕੋਈ ਫਾਈਲ ਮੇਰੇ ਸਾਈਨ ਕਰਕੇ ਰੁਕੀ ਪਈ ਹੈ ਮਹੀਨਿਆਂ ਤੋਂ ਹੀ, ਕਈ ਮਹੀਨਿਆਂ ਤੋਂ ਫਾਈਲ ਰੁਕੀ ਪਈ ਹੈ ਕਿਉਂਕਿ ਮੈਂ ਸਾਈਨ ਨਹੀਂ ਕੀਤੇ। ਮੈਂ ਇੱਕ ਫਾਈਲ ਵੀ ਪੈਂਡਿੰਗ ਨਹੀਂ ਛੱਡਦਾ। ਮੈਂ ਸਵੇਰੇ 6:30 ਵਜੇ ਪਹਿਲੀ ਫਾਈਲ ਮੰਗਾ ਲੈਣਾ, ਸ਼ਾਮ ਦੇ 7 ਵਜੇ 8 ਵਜੇ 10 ਵਜੇ ਤੱਕ ਵੀ ਜੇ ਕੰਮ ਕਰਨਾ ਪੈ ਜੇ ਕਰਦੇ ਆ, ਕਿਉਂਕਿ ਇਹ ਕੰਮ ਮੈਂ ਲੋਕਾਂ ਤੋਂ ਹੱਥ ਜੋੜ ਕੇ ਮੰਗਿਆ ਹੈ ਕਿ ਮੈਨੂੰ ਇਹ ਕੰਮ ਦਿਓ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ ਸੜਕ ਸੁਰੱਖਿਆ ਫੋਰਸ ਅਤੇ ਟ੍ਰੈਫਿਕ ਹੌਕਸ ਐਪ ਲਾਂਚ ਕੀਤਾ। ਇਸ ਦਰਮਿਆਨ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੂੰ 129 ਹਾਈ-ਟੈਕ ਗੱਡੀਆਂ ਮੁਹੱਈਆ ਕਰਵਾਈਆਂ ਨੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਦੀਆਂ ਚਰਚਾਵਾਂ ਜ਼ੋਰ ਫੜਦੇ ਜਾ ਰਹੀਆਂ ਹਨ। ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ
ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਜੇਕਰ ਸਾਡੇ ਵਿੱਚੋਂ ਕੋਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਬਣਿਆ ਤਾਂ ਉਹ ਸਿਆਸਤ ਛੱਡ ਦੇਣਗੇ। ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਤੇ ਗੱਠਜੋੜ ਤੇ ਸੁਨੀਲ ਜਾਖੜ ਨੂੰ ਸਵਾਲ ਕੀਤੇ ਨੇ। ਸੁਨੀਲ ਜਾਖੜ ਇਹ ਸਪਸ਼ਟ ਕਰਨ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਬੀਜੇਪੀ ਦੇ ਗੱਠਜੋੜ ਦੀ ਗੱਲ ਮੁੱਕ ਚੁੱਕੀ ਹੈ ਜਾਂ ਅਜੇ ਬਾਕੀ ਹੈ। ਜੋ ਸਾਡੇ ਤੱਕ ਖਬਰਾਂ ਆਈਆਂ ਨੇ ਉਸ ਮੁਤਾਬਿਕ ਗੱਲ ਮੁੱਕ ਚੁੱਕੀ ਹੈ ਅਤੇ ਇਸ ਵਾਰ ਬੀਜੇਪੀ 5 ਸੀਟਾਂ ਤੇ, ਸ਼੍ਰੋਮਣੀ ਅਕਾਲੀ ਦਲ 6 ਸੀਟਾਂ ਤੇ ਅਤੇ 1 ਸੀਟ ਬਸਪਾ ਨੂੰ ਦਿੱਤੀ ਜਾਵੇਗੀ। ਇਹ ਕਹਿਣਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ, ਜਿਨ੍ਹਾਂ ਨੇ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਤੇ ਕਈ ਸਾਰੇ ਸਵਾਲ ਖੜੇ ਕੀਤੇ ਹੈ। ਕਿਰਪਾ ਕਰਕੇ ਜਾਖੜ ਸਾਹਿਬ ਇਹ ਗੱਲ ਕਲੈਰਿਟੀ ਲੈ ਕੇ ਆਉਣ, ਇਹ ਦੱਸਣ ਕਿ ਅਲਾਇੰਸ ਪੱਕਾ ਅਕਾਲੀ ਦਲ ਨਾਲ ਤੁਹਾਡੇ ਗੱਲ ਮੁੱਕ ਚੁੱਕੀ ਹੈ ਕਿ ਅਜੇ ਬਾਕੀ ਹੈ। ਜਿਹੜੀ ਸਾਡੇ ਕੋਲੇ ਖਬਰਾਂ ਦੇ ਮੁਤਾਬਕ ਤਾਂ ਮੁੱਕ ਚੁੱਕੀ ਹੈ ਕਿ 5 ਸੀਟਾਂ ਬੀਜੇਪੀ ਲੜੇਗੀ ਤੇ 6 ਸੀਟਾਂ ਅਕਾਲੀ ਦਲ ਲੜੇਗਾ ਤੇ 1 ਅਕਾਲੀ ਦਲ ਬਸਪਾ ਨੂੰ ਦੇਣੀ ਚਾਹੁੰਦਾ। ਇਹ ਗੱਲ ਮੁਕੰਮਲ ਤੌਰ ਤੇ ਅੰਦਰ ਮੁੱਕ ਗਈ ਹੈ। ਇਹ ਹੁਣ ਇਕੱਠੇ ਹੋ ਕੇ ਆਪਦੀ ਵਿਉਂਤ ਬਣਾ ਦੇਣ, ਲੋਕ ਹੁਣ ਧੋਖੇ 'ਚ ਨਹੀਂ ਆਉਣਗੇ। ਸੋ ਆਪਦੀ ਗੱਲ ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਰਾਜਾ ਵੜਿੰਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੋ ਅਲਾਈਅੰਸ ਇੰਡੀਆ ਲੈਵਲ ਤੇ ਹੋਇਆ ਉਹ ਬੀਜੇਪੀ ਖਿਲਾਫ ਹੋਇਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਰਾਉਣ ਦੇ ਲਈ ਕੀਤਾ ਗਿਆ, ਪਰ ਸੂਬੇ ਦੇ ਵਿੱਚ ਸਾਡਾ ਕੋਈ ਗੱਠਜੋੜ ਨਹੀਂ ਹੋਇਆ। ਇਸੇ ਦੇ ਨਾਲ ਹੀ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਹੁਣ ਗੱਠਜੋੜ ਤੋਂ ਬਾਅਦ ਕਾਂਗਰਸ ਦਾ ਇੱਕ ਵਿਧਾਇਕ ਆਪ ਸਰਕਾਰ ਦੇ ਵਿੱਚ ਮੰਤਰੀ ਬਣੇਗਾ, ਉਸ ਉੱਤੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਜਦੋਂ ਦੀ ਸਾਡੀ ਮੀਟਿੰਗ ਹੋਈ ਹੈ 26 ਪਾਰਟੀਆਂ ਦੀ ਇੰਡੀਆ ਨਾਮ ਚੁਣਿਆ ਗਿਆ ਹੈ। ਪਤਾ ਨਹੀਂ ਰੱਬ ਦੀ ਐਸੀ ਕਿਰਪਾ ਹੈ ਕਿ ਨਰਿੰਦਰ ਮੋਦੀ ਜੀ ਇੰਡੀਆ ਨੂੰ ਵੀ ਗਾਲਾਂ ਦੇਣ ਲੱਗ ਪਏ ਨੇ, ਕਿਉਂਕਿ ਇਹਨਾਂ ਨੂੰ ਹੁਣ ਇੰਡੀਆ ਜਿਹੜਾ ਨਾਂ ਹੈ ਉਹ ਹਜਮ ਨਹੀਂ ਹੋ ਰਿਹਾ। ਅੱਜ ਦੁਬਾਰਾ ਫੇਰ ਜਨਤਾ ਦੀ ਕਚਹਿਰੀ 'ਚ ਕਲੀਅਰ ਕਰ ਦਈਏ, ਔਰ ਸਾਨੂੰ ਤਾਂ ਬਿਲਕੁਲ ਕਲੀਅਰ ਹੈ ਕਿ ਜਿੰਨੇ ਵੀ ਲਾਈਕ ਮਾਈਂਡਡ ਲੋਕ ਇਕੱਠੇ ਹੋਏ ਆ ਇਹ ਬੀਜੇਪੀ ਸਰਕਾਰ ਦੇ ਖਿਲਾਫ ਔਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਇਕੱਠੇ ਹੋਏ ਹੈ ਕਿ ਕਿੱਦਾਂ ਅਸੀਂ ਡੈਮੋਕ੍ਰੇਸੀ ਨੂੰ ਬਚਾਉਣਾ ਹੈ। ਹਾਲਾਂਕਿ ਅਸੀਂ ਪ੍ਰਦੇਸ਼ਾਂ, ਚਾਹੇ ਉਹ ਕੇਰਲਾ ਹੈ, ਚਾਹੇ ਉਹ ਬੰਗਾਲ ਹੈ, ਚਾਹੇ ਉਹ ਪੰਜਾਬ 'ਚ ਹੈ, ਅਸੀਂ ਵੱਖ-ਵੱਖ ਲੜਦੇ ਹਾਂ। ਸਾਡੇ ਮੁੱਦੇ ਵੱਖ-ਵੱਖ ਹੈ, ਸਾਡੀਆਂ ਮੰਗਾਂ ਵੱਖ-ਵੱਖ ਹੈ, ਔਰ ਅਸੀਂ ਸਿੱਧੀ ਲੜਾਈ ਹੈ ਕਿ ਸਾਡਾ ਅਲਾਇੰਸ ਇੰਡੀਆ ਅੱਪਰ ਲੈਵਲ ਤੇ ਹੈ। ਸਾਡੇ ਨਾਲ ਕਿਸੇ ਦਾ ਕੋਈ ਅਲਾਇੰਸ ਦੀ ਗੱਲ, ਕਿਸੇ ਪ੍ਰਕਾਰ ਦੀ ਕੋਈ ਚਰਚਾ, ਕਿਸੇ ਪ੍ਰਕਾਰ ਦਾ ਕੋਈ ਸਵਾਲ, ਕੋਈ ਚਰਚਾ ਹੀ ਨਹੀਂ। ਮੈਂ 100% ਸ਼ੋਰ ਹਾਂ ਕਿ ਅਸੀਂ ਪੰਜਾਬ ਦੇ ਵਿੱਚ, ਨਾਟ ਓਨਲੀ ਪੰਜਾਬ, ਕਈ ਰਾਜਾਂ ਦੇ ਵਿੱਚ ਉਹ ਜਿਹੜੀਆਂ ਪਾਰਟੀ ਲਾਈਕ ਮਾਈਂਡਡ ਉੱਥੇ ਇਕੱਠੀਆਂ ਹੋਈਆਂ ਸੀ, ਲੇਕਿਨ ਉਹ ਅੱਡ-ਅੱਡ ਆਪਦੇ ਮੁੱਦਿਆਂ ਤੇ ਅੱਡ-ਅੱਡ ਥਾਵਾਂ ਤੇ ਚੁਣਾਵ ਲੜਨਗੀਆਂ। ਸਾਡਾ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਅਲਾਇੰਸ ਦੀ ਗੱਲ ਨਹੀਂ ਹੈ। ਜੇ ਸਾਡਾ ਮੰਤਰੀ ਕੋਈ ਬਣ ਜੇ ਆਮ ਆਦਮੀ ਪਾਰਟੀ 'ਚ, ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਉਹ ਇਹ ਗੱਲ ਕਨਫਿਊਜ਼ਨ ਪੈਦਾ ਕਰ ਰਹੇ ਨੇ ਨਾ ਜਾਖੜ ਸਾਹਿਬ ਕਿ ਇਹਨਾਂ 'ਚੋਂ ਕੋਈ ਮੰਤਰੀ, ਸਾਡਾ ਅਲਾਇੰਸ ਹੋ ਗਿਆ, ਉੱਤੇ ਮਿਲ ਗਏ, ਜੇ ਕੋਈ ਸਾਡਾ ਮੰਤਰੀ ਬਣੇ ਜਾਂ ਸਾਡਾ ਕੋਈ ਵਿਅਕਤੀ ਆਮ ਆਦਮੀ ਪਾਰਟੀ ਦੇ, ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਅਗਰ ਕੋਈ ਨਹੀਂ ਬਣਿਆ ਤਾਂ ਜਾਖੜ ਸਾਹਿਬ ਕਿਰਪਾ ਕਰਕੇ ਆਪਦੇ ਬਿਆਨ ਦੇ ਮੁਤਲਕ ਮਾਫੀ ਮੰਗ ਲੈਣ। ਮੈਂ ਨਹੀਂ ਕਹਿੰਦਾ ਉਹ ਰਾਜਨੀਤੀ ਛੱਡਣ, ਕਿਉਂਕਿ ਛੱਡਣੀ ਨਹੀਂ। ਐਵੇਂ ਇਸ ਉਮਰ 'ਚ ਝੂਠੀ ਅਫਵਾਹ ਫੈਲਾਉਣੀ ਕਿ ਉਧਰ ਮੰਤਰੀ ਦੀ ਗੱਲ ਚੱਲ ਰਹੀ ਹੈ, ਹੁਣ ਉਹਨਾਂ ਨਾਲ ਅਲਾਇੰਸ ਹੋ ਗਿਆ, ਇਹ ਗਲਤ ਗੱਲ ਨਹੀਂ ਕਰਨੀ ਚਾਹੀਦੀ। ਔਰ ਐਡੀ ਉਮਰ ਦੇ ਵਿਅਕਤੀ ਤੋਂ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ। ਕਾਬਲੇ ਗੌਰ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਰੀਆਂ ਪਾਰਟੀਆਂ ਆਪਣਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਤਾਂ ਜੋ 2024 ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਜਾ ਸਕੇ ਅਤੇ ਬੀਜੇਪੀ ਨੂੰ ਕੇਂਦਰ ਦੀ ਸੱਤਾ ਤੋਂ ਹਟਾਇਆ ਜਾ ਸਕੇ। ਬੀਤੇ ਦਿਨੀ ਅਜ਼ਰਬੈਜਾਨ ਤੋਂ ਦਿੱਲੀ ਲੈ ਕੇ ਆਏ ਗਏ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲकांड 'ਚ ਵੱਡੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਨੇ। ਪੁੱਛਗਿੱਛ ਦੌਰਾਨ ਗੈਂਗਸਟਰ ਸਚਿਨ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੁਬਈ ਵਿੱਚ ਰਚੀ ਗਈ ਸੀ। ਇੱਥੋਂ ਹੀ ਉਹ ਲਾਰੈਂਸ ਤੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਸਚਿਨ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਅਪ੍ਰੈਲ ਵਿੱਚ ਉਹ ਦੁਬਈ ਭੱਜ ਗਏ ਸੀ। ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਤੋਂ ਭਾਰਤ ਲਿਆਂਦੀ ਗਈ ਗੈਂਗਸਟਰ ਸਚਿਨ ਬਿਸ਼ਨੋਈ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਕਸਟਡੀ ਦੇ ਵਿੱਚ ਕਈ ਵੱਡੇ ਖੁਲਾਸੇ ਕੀਤੇ ਹੈ। ਸਚਿਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਪਲੈਨਿੰਗ ਦੁਬਈ ਦੇ ਵਿੱਚ ਕੀਤੀ ਗਈ ਸੀ। ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਪਲੈਨਿੰਗ ਹੋ ਰਹੀ ਸੀ ਤਾਂ ਉਸ ਵਕਤ
ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਜੇਲ੍ਹ ਵਿੱਚ ਰਹਿ ਕੇ ਫੋਨ ਤੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਸਚਿਨ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਗੈਂਗਸਟਰ ਵਿਕਰਮ ਬਰਾੜ ਨੂੰ ਪਹਿਲੀ ਵਾਰ ਦੁਬਈ ਦੇ ਵਿੱਚ ਮਿਲਿਆ ਸੀ। ਇਸ ਤੋਂ ਬਾਅਦ ਉਹ ਕਰੀਬ 1.5 ਮਹੀਨੇ ਤੱਕ ਵਿਕਰਮ ਬਰਾੜ ਦੇ ਫਲੈਟ ਵਿੱਚ ਰਿਹਾ। ਇੱਥੋਂ ਦੀ ਫਿਰ ਉਹ ਅਜ਼ਰਬੈਜਾਨ ਲਈ ਨਿਕਲਿਆ ਸੀ। ਗੈਂਗਸਟਰ ਸਚਿਨ ਨੇ ਪੁਲਿਸ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਪੈਸੇ ਅਤੇ ਹਥਿਆਰਾਂ ਦਾ ਸਾਰਾ ਪ੍ਰਬੰਧ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਕੀਤਾ ਸੀ। ਦੱਸ ਦਈਏ ਕਿ ਬੀਤੇ ਕੱਲ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਬਿਸ਼ਨੋਈ ਉਰਫ ਥਾਪਨ ਨੂੰ ਭਾਰਤ ਲਿਆਂਦਾ ਗਿਆ ਸੀ। ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ। ਉਹ ਮੂਸੇਵਾਲਾ ਕਤਲकांड ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਵਿੱਚ ਸ਼ਾਮਲ ਹੈ। ਕਤਲ ਤੋਂ ਕੁਝ ਸਮੇਂ ਪਹਿਲਾਂ ਹੀ ਸਚਿਨ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਲ ਜਾਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ। ਉਸ ਦਾ ਨਾਮ ਸਿੱਧੂ ਮੂਸੇਵਾਲਾ ਕਤਲकांड ਦੀ FIR ਅਤੇ ਚਾਰਜ ਸ਼ੀਟ ਦੋਵਾਂ ਵਿੱਚ ਸ਼ਾਮਲ ਹੈ। ਦਿੱਲੀ ਪੁਲਿਸ ਮੁਤਾਬਿਕ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਹਰਿਆਣਾ ਦੇ ਸ਼ੂਟਰਾਂ ਨੂੰ ਬਲੈਰੋ ਗੱਡੀ ਸਚਿਨ ਨੇ ਹੀ ਮੁਹੱਈਆ ਕਰਵਾਈ ਸੀ। ਕਾਬਲੇ ਗੌਰ ਹੈ ਕਿ ਸਚਿਨ ਨੂੰ ਬੀਤੇ ਕੱਲ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਉੱਥੇ ਹੀ ਪੰਜਾਬ ਪੁਲਿਸ ਵੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰੇਗੀ। ਮਿਲੀ ਜਾਣਕਾਰੀ ਮੁਤਾਬਿਕ ਉਸ ਉਤੇ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਮਾਮਲੇ ਦਰਜ ਹੈ। ਇੱਥੇ ਵੀ ਦੱਸਣਯੋਗ ਹੈ ਕਿ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇੱਕ ਪਤੇ ਤੇ ਬਣਾਇਆ ਗਿਆ ਸੀ। ਇਸ ਫਰਜ਼ੀ ਪਾਸਪੋਰਟ ਦੇ ਵਿੱਚ ਸਚਿਨ ਦਾ ਨਕਲੀ ਨਾਮ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਹੈ। ਇਸ ਦੀ ਜਾਣਕਾਰੀ ਏਜੰਸੀਆਂ ਨੂੰ ਉਦੋਂ ਮਿਲੀ ਜਦੋਂ ਪੁਲਿਸ ਨੇ ਗੈਂਗਸਟਰਾਂ ਦੇ ਫਰਜ਼ੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਦੇ ਵਿੱਚ ਪੁਲਿਸ ਨੇ ਇੱਕ ਮਹਿਲਾ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਮਾਸਟਰਮਾਈਂਡ ਸਚਿਨ ਨੇ ਕੈਨੇਡਾ ਦੇ ਵਿੱਚ ਗੈਂਗ ਚਲਾ ਰਹੀ ਗੋਲਡੀ ਬਰਾੜ, ਤਿਹਾੜ ਜੇਲ੍ਹ ਵਿੱਚ ਬੰਦ ਕਾਲਾ ਜਠੇੜੀ ਅਤੇ ਲਾਰੈਂਸ ਦੇ ਨਾਲ ਕੋਡ ਵਰਡ ਵਿੱਚ ਗੱਲਬਾਤ ਕਰਕੇ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਦੱਸਦੇ ਕਿ ਸਚਿਨ ਨੇ ਮੂਸੇਵਾਲਾ ਕਤਲकांड ਦੀ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਸੀ। ਉਸਨੇ ਵੀਡੀਓ ਕਾਲ ਤੇ ਦਾਅਵਾ ਕੀਤਾ ਸੀ ਕਿ ਉਸੇ ਨੇ ਹੀ ਮੂਸੇਵਾਲਾ ਦਾ ਕਤਲ ਕੀਤਾ ਅਤੇ ਉਸੇ ਨੇ ਹੀ ਸ਼ੂਟਰਾਂ ਨੂੰ ਹਾਇਰ ਕੀਤਾ ਸੀ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ੂਟਰਾਂ ਨੇ ਉਸ ਦੀ ਜੀਪ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਕਤਲੇਆਮ ਇੰਨਾ ਭਿਆਨਕ ਸੀ ਕਿ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ ਤੇ ਗੋਲੀਆਂ ਦੇ ਕਰੀਬ 2 ਦਰਜਨ ਤੋਂ ਵੱਧ ਨਿਸ਼ਾਨ ਮਿਲੇ ਸੀ, ਯਾਨੀ ਕਿ ਕਾਤਲ ਮੂਸੇਵਾਲਾ ਨੂੰ ਕਿਸੇ ਵੀ ਕੀਮਤ ਤੇ ਜਿਉਂਦਾ ਨਹੀਂ ਛੱਡਣਾ ਚਾਹੁੰਦੇ ਸੀ। ਖਾਲਿਸਤਾਨ ਤੇ ਗੈਂਗਸਟਰਾਂ ਦੇ ਕਨੈਕਸ਼ਨ ਨੂੰ ਲੈ ਕੇ ਬੀਤੇ ਦਿਨੀ NIA ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਸੀ। NIA ਦੀ ਰੇਡ ਲਿਸਟ ਵਿੱਚ ਖਾਲਸਾ ਏਡ ਦੇ ਮੈਂਬਰ ਅਮਰਪ੍ਰੀਤ ਸਿੰਘ ਵੀ ਸ਼ਾਮਲ ਸੀ, ਜਿਸ ਦੇ ਪਟਿਆਲਾ ਸਥਿਤ ਘਰ ਅਤੇ ਗੋਦਾਮ ਤੇ ਅਧਿਕਾਰੀਆਂ ਨੇ ਛਾਪਾ ਮਾਰਿਆ ਤੇ ਪੁੱਛਗਿੱਛ ਵੀ ਕੀਤੀ, ਜਿਸ ਤੇ ਹੁਣ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ। ਬੀਤੇ ਦਿਨੀ NIA ਨੇ ਖਾਲਸਾ ਏਡ ਦੇ ਮੈਂਬਰ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਘਰ ਅਤੇ ਗੋਦਾਮ ਦੇ ਵਿੱਚ ਛਾਪੇਮਾਰੀ ਕੀਤੀ ਸੀ। ਦੱਸ ਦਈਏ ਕਿ ਅਮਰਪ੍ਰੀਤ ਸਿੰਘ ਖਾਲਸਾ ਏਡ ਦੇ ਏਸ਼ੀਆ ਪੈਸੀਫਿਕ ਖੇਤਰ ਦੇ ਡਾਇਰੈਕਟਰ ਨੇ, ਜਿਨ੍ਹਾਂ ਤੇ NIA ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਖਾਲਸਾ ਏਡ ਸੰਸਥਾ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਖਾਲਸਾ ਏਡ ਸੰਸਥਾ ਦੇ CEO ਰਵੀ ਸਿੰਘ ਦਾ ਬਿਆਨ ਸਾਹਮਣੇ ਆਇਆ, ਜਿਨ੍ਹਾਂ ਨੇ ਆਪਣਾ ਰੋਸ ਜ਼ਾਹਰ ਕਰਦੇ ਹੋਏ NIA ਦੀ ਇਸ ਰੇਡ ਤੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ। ਉਹਨਾਂ ਕਿਹਾ ਕਿ ਤੁਸੀਂ ਕੋਈ ਫਰਕ ਨਹੀਂ ਰੱਖਿਆ, ਤੁਸੀਂ ਕਤਲ ਕਰਨ ਵਾਲਿਆਂ ਵਿੱਚ ਅਤੇ ਸੇਵਾ ਕਰਨ ਵਾਲਿਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ। ਤੇ ਇਹਦੇ ਵਿੱਚ ਜਿਹੜੇ NIA ਤੇ ਦੂਜੇ ਏਜੰਸੀਆਂ ਜਿਹੜੀਆਂ ਆਈਆਂ ਤੇ ਮੈਨੂੰ ਸਮਝ ਨਹੀਂ ਆਉਂਦੀ। ਇੱਕ ਪਾਸੇ ਕਹਿੰਦੇ ਵੀ ਤੁਹਾਡਾ ਅਸੀਂ ਸਾਰਾ ਤੁਹਾਡਾ ਪੇਪਰ ਚੈੱਕ ਕਰਨਾ, ਤੁਹਾਡਾ ਕੀ ਤੁਹਾਡਾ ਜਿੱਦਾਂ ਪੇਪਰ ਵਰਕ ਆ, ਤੁਹਾਡੀਆਂ ਜੋ ਤੁਸੀਂ ਦਿਨ ਦਿਹਾੜੀ ਕੰਮ ਕਰਦੇ ਹੋ ਉਹ ਸਾਰਾ ਅਸੀਂ ਚੈੱਕ ਕਰਨਾ। ਦੂਜੇ ਪਾਸੇ ਸਾਡੇ ਅਮਰਪ੍ਰੀਤ ਹੋਣਾ ਦੇ ਘਰ ਜਾ ਕੇ ਕੱਲੇ ਕਮਰੇ ਤਲਾਸ਼ੀ ਕੀਤੀ ਗਈ। ਪਰਿਵਾਰਾਂ ਨੂੰ ਬਹੁਤ ਤੰਗ ਕੀਤਾ ਗਿਆ। ਸਵੇਰੇ ਤੁਸੀਂ ਆਪੇ ਹੀ ਸੋਚੋ, ਤੇ ਸਵੇਰੇ 5 ਵਜੇ ਤੁਹਾਡੇ ਕੋਈ ਗੇਟ ਖੜਕਾਉਣ ਤੇ 10-15 ਆਫੀਸਰ ਹੋਣ, ਪੁਲਿਸ ਹੋਣ ਪੰਜਾਬ ਦੇ, ਦਿੱਲੀ ਵਾਲੇ ਵੀ, ਤੇ ਆ ਕੇ ਤੁਹਾਡੇ ਘਰੇ ਤੁਹਾਨੂੰ ਜਗਾ ਕੇ ਕਹਿੰਦੇ ਚਲੋ ਤੁਹਾਡੇ ਕਮਰੇ ਕਮਰੇ 'ਚ ਕੱਲੇ ਬੈਠੋ, ਕੱਲੇ ਨਾਲ ਗੱਲ ਕਰਨੀ ਆ। ਫਿਰ ਸਾਰਾ ਫੋਲ ਫਾਲੇ ਕਰਕੇ, ਸਾਰਾ ਉਲਟ ਪੁਲਟ ਕਰਕੇ ਸਮਾਨ, ਕੱਪੜਾ, ਸਾਰਾ ਕੁਝ ਕਮਰਿਆਂ ਵਿੱਚ, ਤੇ ਪਟਿਆਲੇ ਆਫਿਸ ਚੱਲ ਗਏ ਚੈੱਕ ਕਰਨ। ਇਹਨਾਂ ਨੂੰ ਕੀ ਲੋੜ ਸੀ ਪੇ ਪਰਿਵਾਰਾਂ ਨੂੰ ਤੰਗ ਕਰਨ ਦੀ? ਕੱਲੇ ਪੰਜਾਬ ਦੇ ਵਿੱਚ ਖਾਲਸਾ ਏਡ ਦੇ ਉੱਪਰ ਨਹੀਂ ਹੋਏ ਰੇਡ, ਹੋਰ ਵੀ ਥਾਂ ਤੇ ਅੱਜ ਰੇਡ ਹੋਏ ਆ। ਮੇਰੇ ਖਿਆਲ ਮੈਨੂੰ ਲੱਗਾ ਪਤਾ ਵੀ ਘੱਟ ਤੋਂ ਘੱਟ 5 ਥਾਵਾਂ ਤੇ ਸ਼ਾਇਦ ਹੋਰ ਵੀ ਹੋ ਸਕਦੇ ਰੇਡ ਹੋਏ ਆ। ਕਈ ਲੋਕ ਯਾਤਰਾ ਤੇ ਗਏ ਆ, ਵਾਪਸ ਆਏ, ਰੇਡ ਹੋਏ, ਕਈ ਹੋਰ ਵੀ ਤਰ੍ਹਾਂ ਦੇ ਰੇਡ ਹੋਏ ਆ। ਸੋ ਦਿੱਲੀ ਤੋਂ ਸਾਨੂੰ ਐਕਸਪੈਕਟ ਹੈਗਾ ਕੁਝ ਕਰੂਗੇ, ਪਰ ਪੰਜਾਬ ਪੁਲਿਸ ਵਿੱਚ ਰਲ ਜਾਂਦੀ ਆ। ਇਹ ਸਾਨੂੰ ਦੁੱਖ ਬਹੁਤ ਆ, ਕਿਉਂਕਿ ਜਿਹੜੀ ਸੇਵਾ ਸਾਡੀ ਪੰਜਾਬ 'ਚ ਚੱਲਦੀ ਆ, ਪੰਜਾਬੀਆਂ ਨੂੰ ਬਹੁਤ ਫਾਇਦਾ ਹੁੰਦਾ। ਇੰਡੀਆ ਦੇ ਰੈਸਟ ਥਾਂ ਵੀ ਚੱਲਦੀ ਸੇਵਾ, ਤਾਂ ਪੰਜਾਬ ਕਿੰਨੀ ਸੇਵਾ ਚੱਲਦੀ ਆ। ਕਿਉਂਕਿ ਫਿਰ ਕਹਿੰਦੇ ਮਜਬੂਰੀ ਨਹੀਂ ਕਿ ਤੁਹਾਨੂੰ ਕਿਸੇ ਘਰ ਬਣਨ ਦੀ ਸਵੇਰੇ 5 ਵਜੇ ਜਾ ਕੇ ਤਲਾਸ਼ੀਆਂ ਕਰਨੀਆਂ। ਜਿਵੇਂ ਤੁਹਾਨੂੰ ਪਤਾ ਹੀ ਆ, ਕੋਈ ਗਲਤ ਕੰਮ ਨਹੀਂ ਕਰਨਾ, ਸੇਵਾ ਕਰ ਰਹੇ ਆ। ਗਲਤ ਕੰਮ ਕਰਦੀ ਨਹੀਂ ਗੀ। ਖਾਲਸਾ ਤਾਂ ਸੇਵਾ ਦੇ ਵਿੱਚ ਲੱਗੇ ਹੋਆ। ਜੇ ਸਾਡੇ ਵਿਊਜ਼ ਆ, ਚਲੋ ਠੀਕ ਆ, ਹਿਊਮਨ ਰਾਈਟਸ ਤੇ, ਪਰ ਖਾਲਸਾ ਪੰਜਾਬ ਤੇ ਇੰਡੀਆ ਵਿੱਚ ਉਹ ਸੇਵਾ ਤੇ ਲੱਗੇ ਹੋਆ। ਸੇਵਾ ਹੁਣ ਉਧਰੋਂ ਹੜ੍ਹ ਆਏ ਹੋਆ, ਉਧਰੋਂ ਸੇਵਾ ਚੱਲਦੀ, ਉਧਰੋਂ ਰੇਡ ਹੋ ਗਿਆ, ਤੇ ਪੰਜਾਬ ਨੂੰ ਫਾਇਦਾ ਥੋੜਾ ਹੁੰਦਾ ਕੋਈ।
ਨਾ ਕੋਈ ਸਾਡੇ ਖਾਲਸਾ ਦੀ ਟੀਮਾਂ ਨੂੰ ਕੋਈ ਕੰਮ ਰੁਕੀ ਜਾਵੇ, ਸੇਵਾ ਰੁਕੀ ਜਾਵੇ। ਸੋ ਅੱਜ ਜਿਹੜਾ ਕੰਮ ਹੋਇਆ ਬਹੁਤ ਮਾੜਾ ਹੋਇਆ ਤੇ ਉਹਨਾਂ ਦੇ ਫੈਮਿਲੀ ਉੱਪਰ ਜੋ ਹੋਇਆ ਬਹੁਤ ਗਲਤ ਕੀਤਾ ਗਿਆ, ਬਹੁਤ ਪਰੇਸ਼ਾਨ ਕੀਤਾ ਗਿਆ ਪਰਿਵਾਰ ਨੂੰ। ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਇਦਾਂ ਦੇ ਅਸੀਂ ਐਕਸ਼ਨ ਦੇਖੇ ਸੀਗੇ 84 ਮਗਰੋਂ। ਮੇਰੇ ਖਿਆਲ ਫਿਰ ਇਹ ਮੁੜ ਕੇ ਆਈ ਜਾਂਦੇ ਆ। ਪੰਜਾਬ ਦੀ ਸਰਕਾਰ, ਦਿੱਲੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਕਿਹਦੇ ਜਾ ਕੇ ਰੇਡ ਕਰਦੇ ਆ, ਕੀ ਗਵਾਇਆ ਤੁਹਾਡਾ, ਅਸੀਂ ਕੀ ਖਰਾਬ ਕੀਤਾ ਤੁਹਾਡਾ। ਸੇਵਾ ਚੱਲਦੀ ਆ, ਤੁਸੀਂ ਆਪ ਦੇਖਦੇ ਸੇਵਾ ਚੱਲਦੀ। ਥੋੜੀ ਜਿਹੀ ਆਪਣੀ ਵੀ ਦੂਜਿਆਂ ਦੀ ਰਿਸਪੈਕਟ ਰੱਖੋ ਭਈ ਇਹ ਕੋਈ ਕ੍ਰਿਮੀਨਲ ਨਹੀਂ ਗਏ, ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਤੇ ਉਹ ਬੰਦੇ ਸਾਰੇ ਕਾਨੂੰਨੀ ਤੌਰ ਤੇ ਉਹਨਾਂ ਨੇ ਕੁਝ ਕਾਨੂੰਨੀ ਤੋੜਿਆ, ਤਾਂ ਵੀ ਜਾ ਕੇ ਤੁਸੀਂ ਇਦਾਂ ਟ੍ਰੀਟ ਕਰਦੇ ਜਿੱਦਾਂ ਕੋਈ ਖੂਨੀ ਖਾਰ ਹੁੰਦੇ ਆ, ਕੋਈ ਮਰਡਰ ਹੁੰਦੇ ਆ, ਕਿਸੇ ਦਾ ਕਤਲ ਕੀਤਾ ਹੁੰਦਾ। ਇਹਦਾ ਮਤਲਬ ਵੀ ਜਿਹੜੇ ਕਤਲ ਕਰਦੇ ਆ ਜਾਂ ਕਿਹੜੀ ਸੇਵਾ ਕਰਦੇ ਆ ਉਹਦੀ ਕੋਈ ਫਰਕ ਨਹੀਂਗਾ। ਤੁਸੀਂ ਤੱਕ ਕੋਈ ਫਰਕ ਨਹੀਂ ਰੱਖਿਆ। ਜਿਹੜੇ ਬੰਦੇ ਖੂਨੀ ਖਾਰ ਕਤਲ ਕਰਦੇ ਤੇ ਜਿਹੜੇ ਸੇਵਾ ਕਰਦੇ ਉਸਨੂੰ ਇੱਕ ਹੀ ਬਣਾ ਦਿੱਤਾ। ਦੱਸ ਦੇਈਏ ਕਿ ਖਾਲਿਸਤਾਨੀ ਅਤੇ ਗੈਂਗਸਟਰਾਂ ਦੇ ਕਨੈਕਸ਼ਨਾਂ ਨੂੰ ਲੈ ਕੇ ਬੀਤੇ ਦਿਨੀ NIA ਨੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਸੀ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। INDIA ਇੰਡੀਆ ਗੱਠਜੋੜ ਦੇ ਨੇਤਾਵਾਂ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਉਹਨਾਂ ਨੂੰ ਮਨੀਪੁਰ ਦੇ ਮੁੱਦੇ ਤੇ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਮਨੀਪੁਰ ਦੌਰਾ ਕਰਨ ਵਾਲੇ INDIA ਇੰਡੀਆ ਗੱਠਜੋੜ ਦੇ 21 ਮੈਂਬਰਾਂ ਨੇ ਅੱਜ ਰਾਸ਼ਟਰਪਤੀ ਮੁਰਮੂ ਨੂੰ ਮੰਗ ਪੱਤਰ ਸੌਂਪਿਆ ਤੇ ਮਨੀਪੁਰ ਵਿੱਚ ਬਣੇ ਹਾਲਾਤਾਂ ਤੇ ਜਾਣਕਾਰੀ ਵੀ ਦਿੱਤੀ ਹੈ। ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅੰਸ ਯਾਨੀ ਕਿ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੇ ਕੁੱਲ 31 ਮੈਂਬਰ ਅਤੇ ਹਾਲ ਹੀ ਵਿੱਚ ਮਨੀਪੁਰ ਦਾ ਦੌਰਾ ਕਰਨ ਵਾਲੇ 21 ਸੰਸਦ ਮੈਂਬਰਾਂ ਦਾ ਵਫਦ ਅੱਜ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਿਆ। ਉਹਨਾਂ ਨੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਮਨੀਪੁਰ ਦੇ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਦਖਲ ਦੇਣ ਦੀ ਮੰਗ ਕੀਤੀ। ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦੇ ਹੋਏ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਸੂਬੇ ਦੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕਣੇ ਚਾਹੀਦੇ ਨੇ। इंडिया गठबंधन के 31 मेंबर राष्ट्रपति जी से हम मिले और मणिपुर में जो घटनाएं घट रही है उसके बारे में जो वहाँ एक इंडिया गठबंधन के लोग 21 लोग डेलीगेशन में गए थे। हर पार्टी के नेता लोग उसमें शामिल हुए। वो खुद ही आंखों से जो वहाँ की स्थिति को देखे हैं वो पूरा हमारे राष्ट्रपति जी को बताए और हमने एक मेमोरेंडम भी उनको पेश किया और किस ढंग से अब तक वहां पर घटनाएं घट रही है, खासकर महिलाओं के ऊपर अत्याचार, स्त्रियों का जो नंगा परेड किया गया, 500 से ज्यादा घर जलाए गए, 5000 घर जलाए गए और हमारे 200 से ज्यादा लोग मर चुके हैं और 500 से ज्यादा घायल हो चुके हैं। तो इसीलिए हम राष्ट्रपति का ध्यान खींचने के लिए हम सभी मिले। उन्होंने कहा ये जो आपका मेमोरेंडम है मैं इसके बारे में सोचूंगी। 2 कम्युनिटी, मैती कम्युनिटी और कुकी कम्युनिटी, ये दोनों में अब
जो लड़ाई चल रही है इसको शांति के साथ रखना है तो प्रधानमंत्री वहां पर विजिट करना चाहिए था। 92 दिन हुए, अब तक वहां नहीं गए, उसके बारे में बोले नहीं, लास्ट में एक भाषण देंगे चले जाएंगे। तो ये बड़ी दुख की बात है। ਦੱਸ ਦੇਈਏ ਕਿ ਦੋ ਭਾਈਚਾਰਿਆਂ ਵਿਚਕਾਰ ਚੱਲ ਰਹੀ ਹਿੰਸਾ ਲਗਾਤਾਰ ਮਨੀਪੁਰ ਦੇ ਵਿੱਚ ਹਾਲਾਤ ਤਣਾਅਪੂਰਨ ਬਣਾ ਰਹੀ ਹੈ। ਬੀਤੇ ਦਿਨੀ ਸੂਬੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ 2 ਤੋਂ 3 ਔਰਤਾਂ ਨੂੰ ਨਗਨ ਹਾਲਾਤ ਦੇ ਵਿੱਚ ਪਰੇਡ ਵੀ ਕਰਵਾਈ ਜਾਂਦੀ ਹੈ ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਉੱਥੇ ਵਿਰੋਧੀ ਧਿਰ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਨੂੰ ਮਨੀਪੁਰ ਦਾ ਦੌਰਾ ਕਰਨ ਅਤੇ ਇਸ ਮਾਮਲੇ ਦੇ ਵਿੱਚ ਸੰਸਦ ਦੇ ਵਿੱਚ ਬਿਆਨ ਦੇਣ ਦੀ ਮੰਗ ਕਰ ਰਹੇ ਨੇ ਅਤੇ ਜਦੋਂ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਮਨੀਪੁਰ ਹਿੰਸਾ ਦੇ ਮਾਮਲੇ ਵਿੱਚ ਲੋਕ ਸਭਾ ਵਿੱਚ ਹੰਗਾਮੇ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਸਪਸ਼ਟ ਕਰ ਰਹੀ ਹੈ ਕਿ ਉਹ ਚਰਚਾ ਕਰਨ ਨੂੰ ਤਿਆਰ ਹੈ ਪਰ ਵਿਰੋਧੀ ਪਾਰਟੀਆਂ ਹੰਗਾਮਾ ਕਰ ਰਹੀਆਂ ਨੇ ਅਤੇ ਚਰਚਾ ਦੇ ਵਿੱਚ ਹਿੱਸਾ ਨਹੀਂ ਲੈ ਰਹੀਆਂ। ਮੋਗਾ ਲੁਧਿਆਣਾ ਮੁੱਖ ਮਾਰਗ ਤੇ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਕੂਲੀ ਬੱਸਾਂ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 25 ਤੋਂ 30 ਬੱਚੇ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ। ਸਾਰੇ ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਇਹ ਘਟਨਾ ਸਵੇਰੇ 8 ਵਜੇ ਹੋਈ ਦੱਸੀ ਜਾ ਰਹੀ ਹੈ। ਤਸਵੀਰਾਂ ਮੋਗਾ ਲੁਧਿਆਣਾ ਬਾਈਪਾਸ ਦੀਆਂ ਨੇ ਜਿੱਥੇ 2 ਸਕੂਲ ਬੱਸਾਂ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਨੇ ਅਤੇ 5 ਦੇ ਕਰੀਬ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਜ਼ਖਮੀ ਬੱਚਿਆਂ ਨੂੰ ਮੌਕੇ ਤੇ ਲੋਕਾਂ ਨੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ। ਗਲਤੀ ਤਾਂ ਜੀ ਜਿਹੜਾ ਹੁਣ ਸਕੂਲ ਵੈਨ ਵਾਲਾ ਡਰਾਈਵਰ ਆ ਤੇ ਜਿਹੜਾ ਟਰੱਕ ਡਰਾਈਵਰ ਆ ਜੇ ਉਹਦੇ ਕਾਗਜ਼ ਵੇਖੀਏ ਉਹਦੇ ਕੋਲੇ ਲਾਇਸੈਂਸ ਵੀ ਆ ਸਭ ਕੁਝ ਆ ਠੀਕ ਆ। ਗਲਤੀ ਇਨਸਾਨ ਤੋਂ ਹੋ ਜਾਂਦੀ ਕਿਸੇ ਤੋਂ ਵੀ ਪਰ ਜਿਹੜਾ ਸਕੂਲ ਡਰਾਈਵਰ ਆ ਨਾ ਤਾਂ ਉਹਦਾ ਕੋਈ ਥੋਹ ਪਤਾ ਨਾ ਉਹਦੇ ਕੋਲੇ ਕੋਈ ਤਜਰਬਾ ਨਾ ਕੋਈ ਉਹਦੇ ਕੋਲੇ ਪੱਕੇ ਲਾਇਸੈਂਸ ਆ ਨਾ ਕੋਈ ਉਹਦੇ ਕੋਲੇ ਕੋਈ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਨਹੀਂ। ਜਦੋਂ ਸਕੂਲ ਵਾਲੇ ਸਾਡੇ ਬੱਚਿਆਂ ਤੋਂ ਫੀਸ ਲੈਂਦੇ ਆ ਉਦੋਂ ਜੇ ਕਿਤੇ ਕਿਸੇ ਗਰੀਬ ਮਾਤੜ ਕੋਲੇ 200-400 ਘੱਟ ਜੇ ਤੇ ਉਹ ਬੱਚੇ ਨੂੰ ਖੜਿਆ ਕੇ ਨਾ ਸਕੂਲ ਦੇ ਵਿੱਚ ਜਲੀਲ ਕਰਦੇ ਆ ਤੇ ਉਹ ਜਿਹੜਾ ਮਾਤੜ ਬੰਦਾ ਹੁੰਦਾ ਉਹਦਾ ਕੋਈ ਗਹਿਣਾ ਕੱਟਾ ਰੱਖ ਕੇ ਫੀਸ ਪੂਰੀ ਕਰਕੇ ਬੱਸ ਦੀ ਵੀ ਕਿਰਾਇਆ ਪੂਰਾ ਦਿੰਦਾ। ਉਦੋਂ ਜਦੋਂ ਬੱਚਿਆਂ ਤੋਂ ਕਿਰਾਇਆ ਲੈਂਦੇ ਆ ਜੀ ਸਾਡਾ ਡਰਾਈਵਰ ਇੰਨਾ ਮਹਿੰਗਾ ਸਾਡਾ ਨਾਲ ਹੈਲਪਰ ਰੱਖਿਆ ਪਰ ਰੱਖਿਆ ਕੁਛ ਨਹੀਂ। ਟਾਇਰ ਵੀ ਖਤਮ ਆ ਜੀ ਕੋਈ ਵੀ ਇਹਦੇ ਤੇ ਪੂਰਾ ਪ੍ਰੋਪਰ ਨਾਲ ਇਹਦੇ ਹੈਲਪਰ ਹੀ ਹੈ ਨਹੀਂ। ਜੇ ਹੈਲਪਰ ਹੁੰਦਾ ਸ਼ਾਇਦ ਆ ਹਾਸਾ ਹੀ ਨਾ ਹੁੰਦਾ। ਫਿਰ ਉਹ ਡਰਾਈਵਰ ਦੀ ਜਿਹੜੀ ਲਾਪਰਵਾਹੀ ਆ ਕਿੰਨੀ ਦੂਰ ਤੋਂ ਕੱਟ ਪਿੱਛੇ ਨੂੰ ਆ ਰਿਹਾ ਤੁਸੀਂ ਗੱਡੀ ਕੱਟ ਕਰਨੀ ਹੈ ਸਲੋ ਤੇ ਹੌਲੀ ਹੌਲੀ ਲਿਆ ਖੜਿਆਓ ਇੱਕਦਮ ਗੱਡੀ ਘੁਮਾ ਕੇ ਦੀ ਪਿੱਠ ਬਾਹਰ ਆ ਗਈ। ਟਰੱਕ ਆਪਦੀ ਹਿਸਾਬ ਨਾਲ ਆਉਂਦਾ ਹੀ ਸੀਗਾ ਜੀ ਰੋਡ ਵੱਡਾ ਚੱਲਦਾ ਤੇਜ਼ ਆ ਤੇ ਇਹ ਸਾਰਾ ਸਕੂਲ ਦਾ ਜਿਹੜਾ ਇਹ ਗੁਰੂ ਕਾਲਜ ਹੀ ਦੱਸਦੇ ਜੀ ਬੱਚੇ ਹੀ ਹੁਣ ਵੇਖੋ ਇਹ 'ਚ ਹੋਣਗੇ ਘੱਟ ਤੋਂ ਘੱਟ 20-25 ਬੱਚੇ ਆ ਤੇ 20-25 ਪਰਿਵਾਰਾਂ ਨੂੰ ਅੱਜ ਤਬਾਹ ਕਰ ਦੇਣਾ ਸੀ ਇੱਕ ਅਣਜਾਣ ਡਰਾਈਵਰ ਨੇ। ਆਪਦਾ ਇਨਸਾਫ ਚਾਹੀਦਾ। ਗੁਰੂ ਕਾਲਜ ਦੀ ਬੱਸ ਜਾ ਰਹੀ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਸਾਨੂੰ ਬੱਚਿਆਂ ਬਾਰੇ ਕੋਈ ਪਤਾ ਨਹੀਂ। ਸਾਨੂੰ ਬੱਚਿਆਂ ਬਾਰੇ ਦੱਸਣ ਕਿੱਥੇ ਆ ਕਿੱਥੇ ਦਾਖਲ ਕਰਾਏ ਗੱਡੀ ਪੁੱਠੀ ਪਲਟੀ ਇਹ ਡਰਾਈਵਰ ਨੂੰ ਪਤਾ ਹੋਊ ਇਹਨਾਂ ਦੇ ਵੀ ਉਹਦਾ ਕੁਝ ਖਾਧਾ ਜਾਂ ਕੀ ਆ ਉਸ ਬਾਰੇ ਅਸੀਂ ਨਹੀਂ ਜਾਣਦੇ। ਲੇਟ ਆਉਂਦੇ ਲੇਟ ਚਲਾਉਂਦੇ ਆ ਟਾਈਮ ਤੇ ਆਉਣ ਟਾਈਮ ਤੇ ਬੱਚੇ ਲੈ ਕੇ ਜਾਣ। ਅਸੀਂ ਆਪਦੇ ਬੱਚਿਆਂ ਬਾਰੇ ਜਾਣਨਾ ਚਾਹੁੰਦੇ। ਇਹਦੇ ਬੱਚੇ ਜੇ 28 ਹੋਣਗੇ ਤੇ ਗੱਡੀ ਦੇ ਵਿੱਚ ਜਿਹੜੇ ਪੁੱਠੀ ਪਾਲਟੀ ਆ ਸਾਨੂੰ ਦੱਸਣ ਬੱਚੇ ਕਿੱਥੇ ਆਏ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੱਸ ਤੇਜ਼ ਹੋਣ ਕਾਰਨ ਇੱਕੋਦਮ ਯੂ ਟਰਨ ਲੈਣ ਸਮੇਂ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਲੁਧਿਆਣਾ ਮੋਗਾ ਰੋਡ ਤੇ ਪਿੰਡ ਮਹਿਣਾ ਦੇ ਕੋਲੇ ਇੱਕ ਟਰੱਕ ਤੇ ਬੱਸ ਆ ਰਹੇ ਸੀਗੇ। ਬੱਸ ਦੇ ਪਿੱਛੇ ਨਾ ਸਟਾਪ ਕਰਕੇ ਬੱਸ ਟਰੱਕ ਦੇ ਵਿੱਚ ਵੱਜ ਗਈ। ਟਰੱਕ ਵਾਲੇ ਨੇ ਬਚਾਉਂਦੇ ਹੋਏ ਸਕੂਲ ਵਾਲੀ ਬੱਸ ਦੇ ਵਿੱਚ ਵੱਜ ਕੇ ਤੇ ਇਹ ਯੂ ਟਰਨ ਕਰਨ ਲੱਗੀ ਸੀ ਬੱਸ ਤੇ ਮੌਕੇ ਤੇ ਪਲਟੀ ਜਿਹਦੇ ਵਿੱਚ ਲਗਭਗ 26 ਬੱਚੇ ਸੀਗੇ ਕਾਫੀ ਜ਼ਖਮੀ ਆ ਤੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਨੇ। ਟਰੱਕ ਦਾ ਜਿਹੜਾ ਕਾਬੂ ਕੀਤਾ ਉਹ ਥਾਣੇ ਹਵਾਲਾਤ ਬੰਦ ਹੈ। ਇਹ ਲਾਪਰਵਾਹੀ ਨਾਲ ਤੇਜ਼ੀ ਨਾਲ ਆ ਰਹੇ ਸੀਗੇ ਇਸ ਕਰਕੇ ਐਮਰਜੈਂਸੀ ਹੋਇਆ ਹੈ। ਜਾਣਕਾਰੀ ਅਨੁਸਾਰ ਮੋਗਾ ਲੁਧਿਆਣਾ ਰੋਡ ਤੇ ਪਿੰਡ ਮਹਿਣਾ ਨੇੜੇ ਜਦੋਂ ਇੱਕ ਬੱਸ ਹਾਈਵੇ ਤੋਂ ਸਕੂਲ ਵੱਲ ਮੁੜਨ ਲੱਗੀ ਤਾਂ ਪਿੱਛੇ ਤੋਂ ਇੱਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅੱਗੇ ਜਾ ਰਹੀ ਇੱਕ ਹੋਰ ਸਕੂਲ ਬੱਸ ਦੇ ਨਾਲ ਉਹ ਬੱਸ ਟਕਰਾ ਗਈ। ਬੱਸਾਂ ਪਲਟ ਗਈਆਂ ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ। ਬੱਸਾਂ ਦੇ ਵਿੱਚ ਸਕੂਲ ਦੇ ਅਧਿਆਪਕ ਵੀ ਸਵਾਰ ਸਨ ਅਤੇ ਉਹ ਵੀ ਜ਼ਖਮੀ ਹੋਏ ਨੇ। ਲੋਕਾਂ ਨੇ ਮੌਕੇ ਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। 108 ਐਂਬੂਲੈਂਸ ਸਟਾਫ ਵੱਲੋਂ ਦਿੱਤੀ ਚੇਤਾਵਨੀ ਤੋਂ ਬਾਅਦ ਹੁਣ ਪਿੰਡਾਂ 'ਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਮੋਰਚਾ ਚਲਾਉਣ ਦਾ ਵੀ ਗੁੱਲ ਬੁਝਾ ਦਿੱਤਾ ਹੈ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 2024 ਦੀਆਂ ਲੋਕ ਸਭਾ ਚੋਣਾਂ 'ਚ ਮਾਨ ਸਰਕਾਰ ਦੇ ਪੁਤਲੇ ਸਾੜ ਕੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਪਿੰਡਾਂ ਦੇ ਵਿੱਚ ਪ੍ਰੈਕਟਿਸ ਕਰ ਰਹੀ ਡਾਕਟਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ। ਦਰਅਸਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਖਡੂਰ ਸਾਹਿਬ ਦੇ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਜਿਸ ਤੋਂ ਬਾਅਦ ਉਹਨਾਂ ਦੱਸਿਆ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਕਿ ਜੋ ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਡਾਕਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਲਈ ਰਜਿਸਟ੍ਰੇਸ਼ਨ ਦਾ ਪੱਕੇ ਤੌਰ ਤੇ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਾਨ ਸਰਕਾਰ ਆਪਣੇ ਵਾਅਦੇ
ਵਾਅਦਿਆਂ ਤੋਂ ਭਗੌੜੀ ਨਜ਼ਰ ਆ ਰਹੀ ਹੈ। ਸਰਕਾਰ ਨੂੰ ਸੱਤਾ ਵਿੱਚ ਆਏ 1.5 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਸਾਡੇ ਮਸਲਿਆਂ ਵੱਲ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ। ਇਹ ਤਾਂ ਮੁੱਖ ਕਾਰਨ ਇਹ ਹੈ ਜੀ, ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਈ ਆ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਵੀ ਲਿਖਿਆ ਕਿ ਅਸੀਂ ਪਿੰਡਾਂ ਦੇ ਵਿੱਚ ਕੰਮ ਕਰਦੇ ਆਰਐਮਪੀ ਡਾਕਟਰਾਂ ਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਜੀ। ਪਰ ਅੱਜ 1.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਸਰਕਾਰ ਨੇ ਅਜੇ ਤੱਕ ਨਾ ਸਾਡੇ ਨਾਲ ਸਟੇਟ ਕਮੇਟੀ ਨਾਲ ਕੋਈ ਮੁੱਖ ਮੰਤਰੀ ਦੀ ਮੀਟਿੰਗ ਹੋਈ ਆ, ਨਾ ਕੋਈ ਸਿਹਤ ਮੰਤਰੀ ਦੀ ਹੋਈ ਆ, ਜਦੋਂ ਕਿ ਅਸੀਂ ਸਾਰੇ ਹੀ ਮੰਤਰੀਆਂ ਨੂੰ ਤੇ ਐਮਐਲਏ ਨੂੰ ਮੰਗ ਪੱਤਰ ਜਿਹੜਾ ਉਹ ਭੇਜ ਚੁੱਕੇ ਆ ਮੁੱਖ ਮੰਤਰੀ ਨੂੰ। ਤੇ ਹੁਣ ਵੀ ਅਸੀਂ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਵੀ ਇਹ ਫੈਸਲਾ ਕੀਤਾ ਵੀ ਜੇ ਸਰਕਾਰ ਸਾਡੀਆਂ ਮਸਲਿਆਂ ਵੱਲ ਧਿਆਨ ਨਹੀਂ ਦਿੰਦੀ ਤੇ ਅਸੀਂ ਇਹਨਾਂ ਦਾ ਡਿਸਟ੍ਰਿਕਟ ਲੈਵਲ ਦੇ ਉੱਤੇ ਇਹ ਪੁਤਲੇ ਸਾੜਾਂਗੇ ਮਾਨ ਸਰਕਾਰ ਦੇ ਤੇ ਡੀਸੀਆਂ ਰਾਹੀਂ ਮੰਗ ਪੱਤਰ ਜਿਹੜੇ ਉਹ ਇਹਨਾਂ ਤੱਕ ਪਹੁੰਚਦਾ ਕਰਾਂਗੇ ਤਾਂ ਕਿ 2024 ਦੀਆਂ ਆਉਣ ਵਾਲੀਆਂ ਚੋਣਾਂ ਦੇ ਤੋਂ ਪਹਿਲਾਂ ਜਿਹੜਾ ਮਸਲਾ ਸਾਡਾ ਸਰਕਾਰ ਹੱਲ ਕਰੇ। ਇਹ ਜਿਹੜੀ ਜੀ ਪਿੰਡਾਂ ਦੇ ਵਿੱਚ ਤਜਰਬੇ ਦੇ ਆਧਾਰ ਤੇ ਜਿਹੜੇ ਕੰਮ ਕਰਦੇ ਆ 62 ਤੋਂ ਪਹਿਲਾਂ ਜਿਹੜੀ ਸੀ ਰਜਿਸਟ੍ਰੇਸ਼ਨ ਸਰਕਾਰੀ ਤੌਰ ਤੇ ਹੋ ਜਾਂਦੀ ਸੀ ਜੀ। ਉਸ ਤੋਂ ਬਾਅਦ ਸਰਕਾਰੀ IML ਲੌਬੀ ਦੇ ਕਹਿਣ ਦੇ ਉੱਤੇ ਇਹਨਾਂ ਨੇ RMP ਡਾਕਟਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਬੰਦ ਕਰ ਦਿੱਤੀ ਹੈ। ਅਸੀਂ ਹੁਣ ਵੀ ਮੰਗ ਕਰਦੇ ਹਾਂ ਕਿ ਤਜਰਬੇ ਦੇ ਆਧਾਰ ਤੇ ਉਹ ਜਿਹੜੀ ਰਜਿਸਟ੍ਰੇਸ਼ਨ ਕਰਕੇ ਜੇ ਕਿਸੇ ਨੂੰ ਇਹਨਾਂ ਨੂੰ ਅਕੈਡਮਿਕ ਗਿਆਨ ਦੀ ਕੋਈ ਘਾਟ ਲੱਗਦੀ ਆ ਤੇ ਕੋਈ ਛੋਟੀ ਮੋਟੀ ਟ੍ਰੇਨਿੰਗ ਕਰਾ ਕੇ ਇਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਜਿਹੜਾ ਦਿੱਤਾ ਜਾਵੇ। ਇਹ ਸਰਕਾਰਾਂ ਜਿਹੜੀਆਂ ਸਰਮਾਏਦਾਰ ਪੱਖੀ ਆ ਕਦੀ ਵੀ ਗਰੀਬਾਂ ਦਾ ਨਹੀਂ ਸੋਚਦੀਆਂ। ਅਸੀਂ ਤੇ ਸਰਕਾਰ ਨੂੰ ਇਹ ਵੀ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਜਦੋਂ ਕਰੋਨਾ ਦਾ ਮਹਾਮਾਰੀ ਆਈ ਆ ਤਾਂ ਉਦੋਂ ਵੀ ਪਿੰਡਾਂ ਦੇ ਵਿੱਚ ਕੰਮ ਕਰਦੇ ਇਹਨਾਂ ਡਾਕਟਰਾਂ ਨੇ ਹੀ ਉਹ ਲੋਕਾਂ ਨੂੰ ਸਾਂਭਿਆ, ਜਦੋਂ ਕਿ ਵੱਡੇ ਜਿਹੜੇ ਹਸਪਤਾਲ ਜਿਨ੍ਹਾਂ ਦਾ ਆਖੇ ਲਾ ਕੇ ਤੁਸੀਂ ਸਾਡੀ ਰਜਿਸਟ੍ਰੇਸ਼ਨ ਨਹੀਂ ਕਰਦੇ ਉਦੋਂ ਸਾਰੇ ਜਿਹੜੇ ਉਹ ਬੂਹੇ ਮਾਰ ਕੇ ਬੰਦ ਕਰਕੇ ਚਲੇ ਗਏ ਜੀ। ਅਸੀਂ ਉਦੋਂ ਵੀ ਲੋਕਾਂ ਨੂੰ ਬਚਾਇਆ, ਅੱਜ ਵੀ ਲੋਕਾਂ ਦੇ ਅੰਗ ਸੰਗ ਆ। ਜੇ ਸਰਕਾਰ ਸਮਝੇ ਵੀ ਸਾਨੂੰ ਸਰਟੀਫਿਕੇਟ ਦੇ ਕੇ ਕੰਮ ਕਰਨ ਦਾ ਅਧਿਕਾਰ ਨਹੀਂ ਵੀ ਦੇਣਾ ਤਾਂ ਸਾਨੂੰ ਲੋਕਾਂ ਨੇ ਅਧਿਕਾਰ ਦਿੱਤਾ ਇਸ ਗੱਲ ਦਾ, ਕਿਉਂਕਿ ਅਸੀਂ ਲੋਕਾਂ ਦੇ ਡਾਕਟਰ ਹਾਂ। ਸਰਕਾਰ ਸਾਨੂੰ ਚਾਹੇ ਮੰਨਦੀ ਚਾਹੇ ਨਹੀਂ ਮੰਨਦੀ, ਲੋਕ ਤਾਂ ਸਾਨੂੰ ਡਾਕਟਰ ਮੰਨਦੇ ਆ ਨਾ। ਅਸੀਂ ਪਿੰਡਾਂ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਕਰਦੇ ਹਾਂ, ਉਹਨਾਂ ਦੇ ਸਿਰ ਤੇ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ 'ਚੋਂ। ਇਸ ਮੌਕੇ ਡਾਕਟਰਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਕਈ ਵਾਰ MLA ਨੂੰ ਪੱਤਰ ਦੇ ਚੁੱਕੇ ਨੇ, ਪਰ ਅਜੇ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਹੈ। ਉਹਨਾਂ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਾਡੇ ਮਸਲਿਆਂ ਵੱਲ ਜਲਦ ਧਿਆਨ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਮਾਨ ਸਰਕਾਰ ਦੇ ਪੁਤਲੇ ਸਾੜ ਕੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਪੰਜਾਬ 'ਚ ਹੜ੍ਹ ਦਾ ਪਾਣੀ ਹਾਲੇ ਤੱਕ ਖੇਤਾਂ ਵਿੱਚੋਂ ਉਤਰਿਆ ਨਹੀਂ, ਜਿਸ ਕਾਰਨ ਅੰਨਦਾਤਾ ਕਿਸਾਨ ਦੇ ਚਿਹਰੇ ਤੇ ਨਿਰਾਸ਼ਾ ਝਲਕਦੀ ਸਾਫ਼ ਦਿਖਾਈ ਦੇ ਰਹੀ ਹੈ। ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਖੇਤਾਂ 'ਚ ਖੜੇ ਪਾਣੀ ਕਾਰਨ ਬਰਬਾਦ ਹੋ ਗਈ। ਇਸ ਦੌਰਾਨ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਸੜਕਾਂ ਹੇਠ ਬਣੇ ਡਰੇਨ ਸਿਸਟਮ ਖਤਮ ਹੋਣ ਕਾਰਨ ਬਰਸਾਤੀ ਪਾਣੀ ਨਿਕਾਸ ਨਹੀਂ ਹੋ ਰਿਹਾ। ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਵਿੱਚ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਅਜੇ ਥਮੀਆਂ ਨਹੀਂ ਹੈ, ਕਿਉਂਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਆਪਣਾ ਕਹਿਰ ਵਿਖਾ ਰਹੀ ਹੈ। ਇਸ ਦੇ ਚੱਲਦਿਆਂ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪਏ ਮੀਂਹ ਦੇ ਪਾਣੀ ਨੇ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੋਬ ਕੇ ਰੱਖ ਦਿੱਤੀ ਹੈ। ਇਸ ਦਰਮਿਆਨ ਕਿਸਾਨਾਂ ਨੇ ਦੱਸਿਆ ਕਿ ਸੜਕਾਂ ਹੇਠਾਂ ਬਣੀ ਡਰੇਨ ਸਿਸਟਮ ਖਤਮ ਹੋਣ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਉਹਨਾਂ ਦੀ ਜ਼ਮੀਨ ਦੇ ਵਿੱਚ 5-5 ਫੁੱਟ ਬਰਸਾਤ ਦਾ ਪਾਣੀ ਭਰ ਗਿਆ ਅਤੇ ਉਹਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ। ਸਾਰੇ ਸਾਡਾ ਜਿਹੜਾ 300 ਏਕੜ ਦਾ ਰਕਬਾ ਹੈ ਇਹ ਹਰ ਸਾਲ ਹੀ ਡੁੱਬ ਜਾਂਦਾ ਹੈ। ਇਧਰੋਂ ਰੱਜੀ ਵਾਲਾ ਜਿਹੜੀ ਸਾਈਡ ਹੈ ਉੱਚਾ ਇਲਾਕਾ, ਉਧਰੋਂ ਪਾਣੀ ਆਉਂਦਾ ਕਿਉਂਕਿ ਉਧਰੋਂ ਪੁਲੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ। ਸਾਡੇ ਅੱਗੇ ਇਧਰ ਨੂੰ ਪਾਣੀ ਲੰਘਦਾ ਸੀ, ਨਿਕਾਸ ਹੁੰਦਾ ਸੀ, ਇੱਕ ਛੱਲਰ ਬਣ ਗਏ ਤੇ ਇੱਕ ਪੁਲੀ ਹੋਰ ਹੈਗੀ ਏ ਉਹ ਚੱਲਣ ਨਹੀਂ ਦਿੰਦੇ, ਉਹ ਬੰਦ ਪਈਆਂ ਨੇ। ਤੇ ਅੱਗੇ ਪਹਿਲਾਂ ਇਹ ਸੇਮ ਨਾਲਾ ਹੁੰਦਾ ਸੀਗਾ, ਇਹਦਾ ਪਾਣੀ ਜਿਹੜਾ ਉਹ ਸ਼ਹਿਰ ਨੂੰ ਜਾਂਦਾ ਸੀਗਾ ਤੇ ਅੱਗੋਂ ਹੁਣ ਕਲੋਨੀਆਂ ਕੱਟੀਆਂ ਗਈਆਂ, ਉਹ ਪਾਣੀ ਦਾ ਨਿਕਾਸ ਬੰਦ ਹੋ ਗਿਆ। ਹੁਣ ਸਿਰਫ ਇਹ ਸਾਡੇ ਇੰਨੇ ਇਲਾਕੇ ਦੇ ਵਿੱਚ ਹੀ ਰੁਕ ਜਾਂਦਾ ਹੈ ਤੇ ਇੱਥੋਂ ਦੀ ਦਰਿਆ ਦੇ ਵਿੱਚ ਜਿਹੜਾ ਹੜ੍ਹ ਆਇਆ ਸੀ, ਪੰਜਾਬ ਦੇ ਮੁੱਖ ਮੰਤਰੀ ਵੀ ਤੇ ਜਿਹੜੇ MLA ਅਧਿਕਾਰੀ ਨੇ ਜਿਹੜੇ ਸਾਡੇ ਫਿਰੋਜ਼ਪੁਰ ਸ਼ਹਿਰੀ ਦੇ ਉਹ ਵੀ ਗਏ ਸੀ। ਉਹ ਨਾ ਕੋਈ ਇੱਥੇ ਦੂਜਾ ਪਟਵਾਰੀ ਸਾਹਿਬ, ਨਾ ਕੋਈ SDM ਸਾਹਿਬ, ਨਾ ਕੋਈ ਦੂਜਾ ਤਹਿਸੀਲਦਾਰ ਸਾਹਿਬ, ਸਾਡੇ ਕੋਲੇ ਕੋਈ ਨਹੀਂ ਆਇਆ। ਅਸੀਂ ਉਹਨਾਂ ਅੱਗੇ ਬੇਨਤੀ ਵੀ ਕਰਕੇ ਆਏ ਸੀ। ਮੰਗ ਜੀ ਸਾਡੀ ਪਾਣੀ ਇੱਥੇ ਖੜਾ ਹੀ 5-5 ਫੁੱਟ ਵੇਖੋ, ਸਾਰੇ ਪਿਛਲੇ ਪਾਸੇ ਸਾਰੇ ਵੇਖੋ। ਇੱਕ ਤਾਂ ਬਿਮਾਰੀਆਂ ਦਾ ਬਹੁਤ ਖਤਰਾ, ਪਿੰਡ ਤਾਂ ਹੀ ਪਾਣੀ ਲੱਗਾ ਪਿਆ ਸੀ। ਮੰਗ ਇਹ ਇੱਕ ਤਾਂ ਪੁਲੀਆਂ ਸਾਡੀਆਂ ਖਲਾਈਆਂ ਜਾਣੀ ਪ੍ਰਸ਼ਾਸਨ ਨੂੰ ਕਹਿ ਕੇ, ਇੱਕ ਸਾਡੇ ਹੁਣ ਝੋਨਾ ਸਾਡਾ ਨਹੀਂ ਲੱਗਣਾ, ਝੋਨਾ ਦਾ ਖਤਮ ਹੈ, ਪਿਛਲੀ ਵਾਰੀ ਵੀ ਖਤਮ ਹੋ ਗਿਆ ਸੀ, ਐਤਕੀ ਕਦੋਂ ਕਣਕ ਵੀ ਸ਼ਾਇਦ ਬਜੀਚੇ ਜਾਂ ਨਾ ਬਜੀਚੇ ਜੀ। ਸਾਡੀ ਮੰਗ ਹੈ ਜੀ ਹੁਣ ਸਾਨੂੰ ਮੁਆਵਜ਼ਾ ਮਿਲੇ। ਐਵੇਂ ਆਣ ਕੇ ਚਲੇ ਇੱਥੇ 1.5 ਕਿਲੋਮੀਟਰ ਸੜਕ ਤੇ ਮੁੱਖ ਮੰਤਰੀ ਸਾਹਿਬ ਵੀ ਲੰਘੇ, ਮੰਤਰੀ ਵੀ ਉਹਨਾਂ ਨੇ ਲੰਘੇ, MLA ਸਾਹਿਬ ਵੀ ਲੰਘੇ ਸਿਟੀ ਫਿਰੋਜ਼ਪੁਰ ਦੇ, ਨਹੀਂ ਕਿਸੇ ਨੇ ਇੱਥੇ ਪੱਧਰੀ ਵਾਲੇ ਪਾਸੇ ਨਾ ਰੱਜੀ ਵਾਲੇ ਕਿਸੇ ਗਿੱਲ। ਇਹ ਤਾਂ ਤੁਸੀਂ ਅਜੇ ਲੇਟ ਆਏ, ਅਜੇ 15 ਦਿਨ ਪਾਣੀ ਪਾਣੀ ਦੇ ਰਿਹਾ ਜੀ, ਪਾਣੀ ਪਾਣੀ ਜੀ। ਤੁਸੀਂ ਆਖਣਾ ਵੀ ਕਿੱਥੇ ਹੀ ਆ ਗਏ। ਬਾ ਕਾਰਨ ਜੀ ਰੱਜੀ ਵਾਲੇ ਇਹ ਤੋਂ ਉੱਚੇ ਥਾਵਾਂ ਤੇ ਆਉਂਦਾ ਜੀ, ਅੱਗੋਂ ਨਿਕਾਸੀ ਨਹੀਂ ਹੈਗੀ। ਸ਼ੈਲਰ ਬਣ ਗਏ, ਸ਼ੈਲਰਾਂ ਦੇ ਜਿਹੜੀਆਂ ਪੁਲੀਆਂ ਠੇਕੇਦਾਰਾਂ ਨੇ ਸਾਰੇ ਕੰਮ ਖਰਾਬ ਕੀਤੇ, ਠੇਕੇਦਾਰਾਂ ਨੇ ਪੁਲੀਆਂ ਨਹੀਂ ਪਾਈਆਂ ਜੀ, ਬੰਦ ਹੋ ਗਏ ਡਰੇਨ। ਅੱਗੋਂ ਸਾਰਾ ਐਵੇਂ ਸਾਰਾ ਚੱਲਦਾ ਸੀ, ਪੁਲੀਆਂ ਜਿਵੇਂ ਸਾਡੇ ਉੱਥੇ ਚੱਲਦੀਆਂ ਸੀ ਐਵੇਂ ਗਾਂਹ ਚੱਲਦੀਆਂ ਸੀ, ਉਹ ਪੁਲੀਆਂ ਅੱਗੋਂ ਬੰਦ ਹੋ ਗਈਆਂ ਜੀ।
ਤੇ ਪੁਲੀਆਂ ਨਾ ਪੱਟਣ ਦਿੰਦੇ ਨੇ ਜੀ। ਚਾਹੇ ਤਾਂ ਹੁਣ ਸਰਕਾਰ ਆਣ ਕੇ ਪੱਟੇ ਪੁਲੀਆਂ, ਉਹ ਪੁਲੀਆਂ ਫਿਰ ਚਲਾ ਦੇਵੇ ਤੇ ਸਾਡਾ ਮਸਲਾ ਹੱਲ ਹੋ ਜੇ। ਇਸ ਦੇ ਨਾਲ ਹੀ ਕਿਸਾਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਪਿੰਡ ਨੇੜਿਓਂ ਰੋਜ਼ਾਨਾ ਮੰਤਰੀ, ਵਿਧਾਇਕ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਲੰਘਦੇ ਆ, ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਹੈ। ਇੱਕ ਵਾਰ ਫਿਰ ਝਲਕ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਲੁਧਿਆਣਾ 'ਚ ਸੀਐਮ ਮਾਨ ਦਾ ਗਰੀਬਾਂ ਨੂੰ ਤੋਹਫਾ। ਪੀਐਮ ਸ਼ਹਿਰੀ ਆਵਾਸ ਯੋਜਨਾ ਤਹਿਤ 101 ਕਰੋੜ ਦੀ ਰਾਸ਼ੀ ਜਾਰੀ। ਅਕਾਲੀ ਦਲ ਬੀਜੇਪੀ ਗੱਠਜੋੜ ਤੇ ਰਾਜਾ ਵੜਿੰਗ ਦਾ ਵੱਡਾ ਬਿਆਨ। ਕਿਹਾ ਬੀਜੇਪੀ 5, ਅਕਾਲੀ ਦਲ 6 ਤੇ ਬਸਪਾ 1 ਸੀਟ ਤੇ ਲੜੇਗੀ ਚੋਣ। ਮੂਸੇਵਾਲਾ ਕਤਲकांड ਨੂੰ ਲੈ ਕੇ ਸਚਿਨ ਬਿਸ਼ਨੋਈ ਦਾ ਵੱਡਾ ਖੁਲਾਸਾ। ਦੁਬਈ 'ਚ ਰਚੀ ਗਈ ਸੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼। ਮੋਗਾ ਲੁਧਿਆਣਾ ਮੁੱਖ ਮਾਰਗ ਤੇ ਭਿਆਨਕ ਹਾਦਸਾ। 2 ਸਕੂਲੀ ਬੱਸਾਂ ਦੀ ਟਰੱਕ ਨਾਲ ਹੋਈ ਟੱਕਰ, ਬੱਚੇ ਹੋਏ ਜ਼ਖਮੀ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ। ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।